डेरिवेटिव ऑफ स्टैंडर्ड फंक्शंस, डेरिवेटिव ऑफ स्टैंडर्ड फंक्शंस। ठीक है, हुण असीं डेरिवेटिव दे डायरैक्ट फॉर्मूले याद करांगे, ਜਿਹੜੇ ਫਾਰਮੂਲੇ ਅਪਲਾਈ ਕਰਕੇ ਅਸੀਂ ਸਿੱਧਾ ਡੈਰੀਵੇਟਿਵ ਆ ਜਿਹੜਾ ਉਹ ਫਾਈਂਡ ਕਰ ਲਾਂਗੇ। ਠੀਕ ਹੈ, ਅਗਰ ਸਾਨੂੰ ਫਰੋਮ ਦਾ ਫਸਟ ਪ੍ਰਿੰਸੀਪਲ ਨਹੀਂ ਕਿਹਾ ਗਿਆ ਤਾਂ ਅਸੀਂ ਜਿਹੜਾ ਡਾਇਰੈਕਟ ਆ ਉਹ ਡੈਰੀਵੇਟਿਵ ਆ ਜਿਹੜਾ ਉਹ ਫਾਈਂਡ ਕਰ ਲਾਂਗੇ। ਜਿਵੇਂ ਕਿ ਐਕਸ ਦੀ ਪਾਵਰ n, ਐਕਸ ਦੀ ਪਾਵਰ n ਦਾ ਡੈਰੀਵੇਟਿਵ ਦੈਟ ਇਜ਼ d/dx, ਐਕਸ ਦੀ ਪਾਵਰ n, ਡੈਰੀਵੇਟਿਵ ਆਫ ਐਕਸ ਦੀ ਪਾਵਰ n, ਇਹਦਾ ਡੈਰੀਵੇਟਿਵ ਤੁਸੀਂ ਡਾਇਰੈਕਟ ਫਾਰਮੂਲਾ ਯਾਦ ਕਰ ਲੈਣਾ। n ਕੋਫੀਸ਼ੀਐਂਟ ਬਣ ਜਾਏਗਾ x, ਦੈਨ ਪਾਵਰ 'ਚੋਂ 1 ਮਾਈਨਸ ਕਰ ਦੋਗੇ। ਅਗਰ ਕਦੋਂ ਵੀ ਅਨਨੋਨ ਵੇਰੀਏਬਲ ਦੀ ਪਾਵਰ ਕੁਛ ਵੀ ਆ ਜਾਂਦੀ ਹੈ, ਠੀਕ ਹੈ, ਦਿਸ ਵਨ ਇਜ਼ ਦਾ ਸਟੈਂਡਰਡ ਫਾਰਮੂਲਾ। ਫੋਰ ਐਗਜ਼ਾਮਪਲ x ਦੀ ਪਾਵਰ 5 ਆ ਗਈ ਤਾਂ 5 ਸਾਡਾ ਕੋਫੀਸ਼ੀਐਂਟ ਬਣ ਜਾਏਗਾ, ਦੈਨ 5 ਮਾਈਨਸ 1 4। ਅਗਰ x ਦੀ ਪਾਵਰ 8 ਆ ਗਈ, 8 x ਦੀ ਪਾਵਰ 7 ਇਜ਼ ਦਾ ਆਂਸਰ। डेरिवेटिव ऑफ x ਦੀ ਪਾਵਰ 8, डेरिवेटिव ऑफ x ਦੀ ਪਾਵਰ 100 ਆ ਗਈ, ਦੈਨ 100 ਕੋਫੀਸ਼ੀਐਂਟ ਹੋ ਗਿਆ, x ਦੀ ਪਾਵਰ 1 ਘਟ ਗਈ, ਕਿੰਨਾ ਆ ਗਿਆ 99। ਠੀਕ ਹੈ, ਅਗਰ ਆ ਜਾਵੇ डेरिवेटिव ऑफ x ਦੀ ਪਾਵਰ 80 ਤਾਂ ਇਹਦਾ ਕੀ ਆਊਗਾ 80 ਅੱਗੇ ਆ ਜਾਏਗਾ, x ਦੀ ਪਾਵਰ 79। ਠੀਕ ਹੈ, ਇਹ ਵਾਲੇ ਸਟੈਂਡਰਡ ਫਾਰਮੂਲੇ ਦੀ ਬਿਹਾਫ 'ਤੇ ਇੱਦਾਂ ਦੇ ਸਮ ਆ ਸਕਦੇ ਆ। ਠੀਕ ਹੈ, ਸੈਕਿੰਡ ਜਿਹੜਾ ਫਾਰਮੂਲਾ ਵਾ ਉਹ ਹੈ ਡੈਰੀਵੇਟਿਵ, ਇੱਥੇ ਤਾਂ ਓਨਲੀ x ਦੀ ਪਾਵਰ, ਮਤਲਬ ਕਿ ਵੇਰੀਏਬਲ ਦੀ ਪਾਵਰ ਸੀ ਓਨਲੀ। ਹੁਣ ਇੱਥੇ ਅਗਰ ਆਪਣੇ ਆਪ 'ਚ ਇੱਕ ਪੂਰਾ ਫੰਕਸ਼ਨ ਆ ਜਾਂਦਾ ax ਪਲਸ b ਦੀ ਪਾਵਰ n, ਇੱਥੇ x ਦੀ ਪਾਵਰ n ਸੀ, ਅਤੇ ਹੁਣ ਜਿਹੜਾ ਅਸੀਂ ਸੈਕਿੰਡ ਫਾਰਮੂਲਾ ਕਰ ਰਹੇ ਹਾਂ ਸਟੈਂਡਰਡ ਫਾਰਮੂਲਾ ਟੂ ਫਾਈਂਡ ਦਾ ਡੈਰੀਵੇਟਿਵ, ਇੱਥੇ x ਦੀ ਜਗ੍ਹਾ 'ਤੇ ਇੱਕ ਪੂਰਾ ਫੰਕਸ਼ਨ ਆ, ਫੰਕਸ਼ਨ ਦੀ ਹੋਲ ਪਾਵਰ ਆ। ਇਹਦੇ ਵਿੱਚ ਅਸੀਂ ਡੈਰੀਵੇਟਿਵ ਕਿਵੇਂ ਕਰਨਾ, n ਅੱਗੇ ਆ ਜਾਏਗਾ। ਠੀਕ ਹੈ, ax ਪਲਸ b ਦੀ ਪਾਵਰ n ਮਾਈਨਸ 1, ਇੱਕ ਪਾਵਰ ਘੱਟ ਜੂਗੀ। ਇੱਥੇ ਤੱਕ ਤਾਂ ਸਾਡਾ ਪੁਰਾਣਾ ਹੀ ਸੀ ਕਿ n ਅੱਗੇ ਆ ਜਾਊਗਾ, ਫਿਰ x ਦੀ ਪਾਵਰ 1 ਘੱਟ ਜਾਂਦੀ ਸੀ, ਇੱਥੇ ਅਸੀਂ ਕੀ ਬੋਲਾਂਗੇ ਫੰਕਸ਼ਨ ਦੀ ਪਾਵਰ 1 ਘੱਟ ਗਈ। ਨਵੀਂ ਚੀਜ਼ ਕੀ ਆ, ਇਨਟੂ ਡੈਰੀਵੇਟਿਵ ਆਫ ਓਨਲੀ ਫੰਕਸ਼ਨ। ਪਹਿਲਾਂ n ਕੋਫੀਸ਼ੀਐਂਟ ਅੱਗੇ ਆ ਗਈ, ਫਿਰ ਫੰਕਸ਼ਨ ਦੀ ਪਾਵਰ 1 ਘੱਟ, ਸੇਮ ਐਸ ਜਿਵੇਂ ਆਪਾਂ x ਦੀ ਪਾਵਰ 1 ਘੱਟ ਕਰਦੇ ਸੀ, ਐਵੇਂ ਫੰਕਸ਼ਨ ਦੀ ਪਾਵਰ 1 ਘੱਟ। ਨਿਊ ਥਿੰਗ ਆਪਾਂ ਵਿੱਚ ਇੰਟਰੋਡਿਊਸ ਕੀ ਕਰਾਂਗੇ, ਇਨਟੂ ਡੈਰੀਵੇਟਿਵ। ਫਿਰ ਅਸੀਂ ਡੈਰੀਵੇਟਿਵ ਕਿਹਦਾ ਕਰਾਂਗੇ ਵਿਦਾਊਟ ਪਾਵਰ ਦਾ। ਠੀਕ ਹੈ, ax ਪਲਸ b। ਇਹਦੀ ਐਗਜ਼ਾਮਪਲ ਸਮਝਾਉਣ ਤੋਂ ਪਹਿਲਾਂ ਮੈਨੂੰ ਇੱਕ ਵਾਰ ਇਹਨੂੰ ਇੱਥੇ ਛੱਡ ਦਿਓ, ਇਹਦੀ ਐਗਜ਼ਾਮਪਲ ਮੈਂ ਬਾਅਦ ਵਿੱਚ ਸਮਝਾਉਂਦੀ ਹਾਂ। ਉਸ ਤੋਂ ਪਹਿਲਾਂ ਨਾ ਮੈਨੂੰ ਇੱਕ ਹੋਰ ਸਟੈਂਡਰਡ ਡੈਰੀਵੇਟਿਵ ਦੱਸਣੀ ਸੀ, ਮੈਂ ਭੁੱਲ ਗਈ। ਡੈਰੀਵੇਟਿਵ ਆਫ ਕੌਨਸਟੈਂਟ, ਕੋਈ ਵੀ ਕੌਨਸਟੈਂਟ ਫੰਕਸ਼ਨ ਉਹਦਾ ਡੈਰੀਵੇਟਿਵ 0 ਹੋਊਗਾ। ਫੋਰ ਐਗਜ਼ਾਮਪਲ ਡੈਰੀਵੇਟਿਵ ਆਫ 5, ਉਹਦਾ ਡੈਰੀਵੇਟਿਵ 0 ਹੋਊਗਾ। ਡੈਰੀਵੇਟਿਵ ਆਫ 4, ਉਹਦਾ ਡੈਰੀਵੇਟਿਵ 0 ਹੋਊਗਾ। ਡੈਰੀਵੇਟਿਵ ਆਫ 100, ਮਤਲਬ ਇਹਨਾਂ ਨਾਲ ਕੋਈ ਐਕਸ ਨਹੀਂ ਲੱਗੀ ਹੋਈ, ਇਹ ਓਨਲੀ ਉਹ ਕੌਨਸਟੈਂਟ ਨੇ, ਅਤੇ ਕੌਨਸਟੈਂਟ ਦਾ ਡੈਰੀਵੇਟਿਵ ਹਮੇਸ਼ਾ ਕੀ ਹੁੰਦਾ ਵਾ 0। 1 ਦਾ ਡੈਰੀਵੇਟਿਵ ਵੀ ਕੀ ਹੋਊਗਾ 0। ਆਹ ਸਾਰੇ ਕੌਨਸਟੈਂਟ ਦਾ ਡੈਰੀਵੇਟਿਵ ਕੀ ਆ 0। ਇਹ ਵੀ ਇੱਕ ਸਟੈਂਡਰਡ ਫਾਰਮੂਲਾ। ਉਸ ਤੋਂ ਬਿਨਾਂ ਇੱਕ ਫੋਰਥ ਹੋਰ ਦੇਖੋ, ਫੋਰਥ ਫਾਰਮੂਲਾ ਕੀ ਆ, ਅਗਰ ਤੈਨੂੰ ਕੌਨਸਟੈਂਟ ਅਤੇ ਵੇਰੀਏਬਲ ਇਕੱਠਾ ਆ ਜਾਂਦਾ 5x, ਤਾਂ 5 ਹੁਣ ਇੱਥੇ 0 ਨਹੀਂ ਕਰਨਾ ਕਿਉਂਕਿ ਇਹਦੇ ਨਾਲ x ਵੀ ਹੈ। 5x ਦਾ ਡੈਰੀਵੇਟਿਵ ਕੀ ਆਊਗਾ, 5 ਬਾਹਰ ਲਿਖ ਲਓ, ਡੈਰੀਵੇਟਿਵ ਆਫ x। ਠੀਕ ਹੈ ਜੀ, x ਦਾ ਡੈਰੀਵੇਟਿਵ ਕੀ ਹੁੰਦਾ 1। ਇਸ ਤੋਂ ਪਹਿਲਾਂ 1 ਮਿੰਟ, ਫੋਰਥ ਹੋਰ ਇੰਟਰੋਡਿਊਸ ਕਰ ਲਓ, ਡੈਰੀਵੇਟਿਵ ਆਫ ਓਨਲੀ x। ਅਗਰ ਓਨਲੀ x ਆ ਜਾਵੇ ਤਾਂ ਡੈਰੀਵੇਟਿਵ ਕੀ ਆ 1। ਇਹਨੂੰ ਫਿਫਥ ਕਰ ਲਓ। ਡੈਰੀਵੇਟਿਵ ਆਫ 5x ਦਾ ਕੀ ਆਏਗਾ 5 ਇੰਟੂ 1 ਦੈਟ ਇਜ਼ 5। ਸੇਮ ਐਜ਼ ਡੈਰੀਵੇਟਿਵ ਆਫ 6x ਦਾ ਕੀ ਆਊਗਾ 6। ਡੈਰੀਵੇਟਿਵ ਆਫ 9x ਦਾ ਕੀ ਆਏਗਾ 9। ਅਗਰ ਸਾਡਾ ਕੌਨਸਟੈਂਟ ਵੇਰੀਏਬਲ ਦੇ ਨਾਲ ਆ ਜਾਵੇ, ਬਸ ਤੁਸੀਂ ਕੋਫੀਸ਼ੀਐਂਟ ਨੂੰ ਚੱਕ ਕੇ ਡੈਰੀਵੇਟਿਵ ਦਾ ਆਨਸਰ ਆ ਜਾਊਗਾ। ਡੈਰੀਵੇਟਿਵ ਆਫ 1000x, ਇਹਦਾ ਡੈਰੀਵੇਟਿਵ ਕੀ ਆਊਗਾ 1000। ਡੈਰੀਵੇਟਿਵ ਆਫ 8x, ਇਹਦਾ ਡੈਰੀਵੇਟਿਵ ਕੀ ਆਊਗਾ ਓਨਲੀ 8। ਠੀਕ ਹੈ ਜੀ, ਹੁਣ ਮੈਂ ਇੱਕ ਕੁਐਸਚਨ ਤੁਹਾਨੂੰ ਪਾਉਣ ਲੱਗੀ ਹਾਂ, ਉਹ ਸੋਚਿਓ ਕੀ ਆਊਗਾ। ਡੈਰੀਵੇਟਿਵ ਆਫ 8x ਸਕੁਏਅਰ। ਠੀਕ ਹੈ, 8x ਸਕੁਏਅਰ। ਹੁਣ ਤੁਸੀਂ 8 ਬਾਹਰ ਕੱਢ ਲਓਗੇ, ਤੁਸੀਂ ਇਹ ਸਿੱਖਿਆ ਹੋਇਆ ਕਿ
अगर वेरीएबल दे नाल कॉन्सटेंट आ जाए तो कॉन्सटेंट डेरीवेटिव तो बाहर आ जाऊगा, डेरीवेटिव सिर्फ किधर रह जाऊगा एक्स स्क्वेयर। ये साडा फर्स्ट फॉर्मूला लग जाऊगा इत्ते। फर्स्ट फॉर्मूला की कहंदा वा कि पावर अगे कोफिशिएंट बन जूगी, फिर ये एक पावर घट जूगी 2 - 1, ये कितना आ जाऊगा 16x। हुण असीं ऑर्डरली स्पीड नाल किवें करांगे, मान लो 4x की 3 आ जाती है, पावर अगे आके मल्टीप्लाई हो जूगी 12, एक पावर घट जूगी। एवें इहदा होया सी 2 अगे आ गया 16x, एवें आ गया डेरीवेटिव मान लो 9x स्क्वेयर आ जाता, पावर अगे जाके मल्टीप्लाई हो जूगी कॉन्सटेंट नाल 8, इत्थे एक पावर घट जूगी। डेरीवेटिव ऑफ 19x का डेरीवेटिव की आऊगा ओनली 99, सॉरी मैं 19 बोल गई सी 99। ठीक है, इदा के सम आप करांगे। हुण मैं दोबारा आ गई तुहाडे कोल सैकेंड फॉर्मूले ते, इहदी एग्जाम्पल ते आ गई। सैकेंड फॉर्मूला मैं दोबारा लिख लां, की करवाया सी सैकेंड फॉर्मूला में करवाया सी डेरीवेटिव ऑफ ax + b दी पावर n। ठीक है जी, एक ही आ जाऊगा n अगे ax b दी पावर एक घट इंटू डेरीवेटिव ऑफ की आऊगा ओनली फंक्शन। ये नाल दी एग्जाम्पल किदां दी हो सकती है 5x + 3 दी पावर 4। ठीक है, नाउ इहदा डेरीवेटिव की आऊगा, पहला फॉर्मूला सी इनू असीं सारे नूं की बोलांगे दिमाग चो फंक्शन दी पावर 4। पहला 4 अगे आ जाऊगा, फंक्शन दी पावर एक घट जाएगी इंटू डेरीवेटिव ऑफ ओनली फंक्शन। ओनली फंक्शन मतलब विदाउट पावर। ओनली फंक्शन की आ गया मेरा 5x + 3, 4 5x + 3 दी पावर 3। इहदा डेरीवेटिव की आऊगा 5x, x का कोफिशिएंट कितना आ जाऊगा 5, 4 × 5 कितना आ गया 20, 5x + 3 दी पावर 3, दैट इज़ द आंसर। ठीक है जी, हुण मैं सिर्फ तुहाडे कोलों 4 फॉर्मूले किते, आपां रिपीट करांगे। x दी पावर n, x दी पावर n - 1। नैक्सट असीं की कीता ax + b दी पावर n फंक्शन दी पावर एक घट इंटू डेरीवेटिव ऑफ ओनली फंक्शन। उस तो बाद कॉन्सटेंट का डेरीवेटिव की हुंदा 0, एवें 1 का भी 0, 2 का भी 0, 4 का भी 0। ओनली कॉन्सटेंट का डेरीवेटिव की हुंदा 0। अगे आ गया ओनली एक्स का डेरीवेटिव की हुंदा 1। ठीक है, जे किसी ने ड्राइव करना चाहता मैं ड्राइव करके दिखा दिंदी हाँ कि एक्स की पावर इत्थे की आ 1। असी बेसिक फॉर्मूला की कीता सी, फस्ट फॉर्मूला 1 अगे आ जाऊगा, एक्स की पावर एक घट जूगी, एक्स की पावर 0 आ गई। किसी भी वेरीएबल की पावर 0 हो दैट इज़ इक्वल टू 1, 1 × 1 1 आंसर आ गया। तो तुम डायरैक्ट भी याद रख सकते हो डेरीवेटिव ऑफ एक्स का की आऊगा 1। ये नाल जे कोई स्केलर मल्टीपल लग जाए, स्केलर मल्टीपल मतलब 5x आ जाए, 6x आ जाए, 9x आ जाए, सिर्फ कोफिशिएंट आंसर आएंगे। 5x का आंसर 5 आऊगा, 6x का आंसर 6 आऊगा, 9x का आंसर 9 आऊगा, 100x का आंसर सॉरी 1000x का आंसर 1000 आऊगा, 8x का आंसर 8 आऊगा। मतलब x के नाल जे कोई स्केलर मल्टीपल आ जाए तो सिर्फ स्केलर ही आंसर आऊगा डेरीवेटिव का। नैक्सट 8x², ये सम आ पूरे जिन्ने असीं फॉर्मूले किते उहदे भी हफ्ते सम आ। 8 साडा कॉन्सटेंट आ, कला कॉन्सटेंट तो है नहीं भी जो 0 आ जू, बट वो 8x² आ। 8 डेरीवेटिव तो एक साइड पर आ जू, सिर्फ असीं डेरीवेटिव x² का करना, दैट इज़ यूजिंग द फॉर्मूला नंबर 1। 2 अगे आ जाऊगा, एक्स की पावर एक घट जूगी, 2 अगे आ जू मतलब 16 हो जाऊगा, एक्स की पावर एक घट गई। सेम 4x³ क्यूब अगे आ जाऊगा 12 बन जाऊगा, एक्स की पावर 2 रह जूगी। 2 अगे आ गया 18x, 99x 99, एक ही आ गया स्केलर मल्टीपल वाला। उस तो बाद सैकेंड फॉर्मूले के भी हफ्ते सम इदां दे आएंगे। पूरे फंक्शन की पावर 4, पहला 4 अगे आ जाऊगा, पूरे फंक्शन की पावर एक घट, 4 तो की रह गई 3 इंटू डेरीवेटिव ऑफ ओनली फंक्शन 4, 5x + 3 की पावर 3, 5x + 3 5 आ गया, 5 ते 4 मल्टीपल हो गई, दैट इज़ द आंसर। हाँ जी बेटे, नैक्सट सम देखो, फाइंड द डेरीवेटिव ऑफ f(x) = 7। डेरीवेटिव फाइंड करना, कई बार d/dx सिंबल पा देंगे अगर तेन फंक्शन के रूप में दिता होया, फिर डेरीवेटिव
ਦਾ ਸਿੰਬਲ ਕੀ ਆ, ਐਫ ਡੈਸ਼। ਡੈਸ਼ ਦਾ ਮਤਲਬ ਮੈਂ ਗਿਵਨ ਫੰਕਸ਼ਨ ਦਾ ਡੈਰੀਵੇਟਿਵ ਆ ਜਿਹੜਾ ਉਹ ਕਰ ਚੁੱਕੀ ਹਾਂ। 7 ਇਜ਼ ਦਾ ਕੌਂਸਟੈਂਟ, ਸੋ ਇਟਸ ਡੈਰੀਵੇਟਿਵ ਇਜ਼ 0। ਸੈਕਿੰਡ ਸਮ ਕੀ ਆ, ਐਫ ਐਕਸ ਡੈਸ਼ ਮੀਨਸ ਡੈਰੀਵੇਟਿਵ ਇਹਦਾ ਕੀ ਆਊਗਾ, 4 ਪਾਵਰ ਕੋਫੀਸ਼ੈਂਟ ਨਾਲ ਮਲਟੀਪਲਾਈ ਹੋ ਜੂ, 8 into 4 ਦੈਟ ਇਜ਼ 32, ਐਕਸ ਦੀ ਪਾਵਰ ਕਿੰਨੀ ਰਹਿ ਗਈ 3, ਦੈਟ ਇਜ਼ ਦਾ ਆਂਸਰ। ਨੈਕਸਟ ਡੈਰੀਵੇਟਿਵ ਆਫ ਪਾਈ। ਪਾਈ ਕੀ ਹੁੰਦਾ, ਇੱਕ ਕੌਂਸਟੈਂਟ ਹੁੰਦਾ, ਐਂਡ ਵੀ ਨੋ ਦੈਟ ਡੈਰੀਵੇਟਿਵ ਆਫ ਕੌਂਸਟੈਂਟ ਦੈਟ ਇਜ਼ ਇਕੁਅਲ ਟੂ 0, ਆਂਸਰ। ਨੈਕਸਟ ਅਗਰ ਤੁਹਾਨੂੰ ਡੈਰੀਵੇਟਿਵ ਇੱਦਾਂ ਆ ਜਾਂਦਾ, ਗਿਵਨ ਫੰਕਸ਼ਨ ਇਹ ਐਫ ਆਫ ਐਕਸ ਦੇ ਬਰਾਬਰ ਆ, ਠੀਕ ਹੈ। ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਬੇਸਿਕ ਦੱਸਦਾ। ਅਗਰ ਤੈਨੂੰ ਡੈਰੀਵੇਟਿਵ ਕੋਈ ਫੰਕਸ਼ਨ ਸਾਨੂੰ ਸਮ ਦੇ ਵਿੱਚ ਆ ਜਾਂਦਾ, ਫਸਟ ਟਰਮ ਪਲੱਸ ਸੈਕਿੰਡ ਟਰਮ ਪਲੱਸ ਥਰਡ ਟਰਮ, ਤਾਂ ਅਸੀਂ ਡੈਰੀਵੇਟਿਵ ਫਸਟ ਦਾ ਅਲੱਗ ਕਰ ਦਾਂਗੇ, ਸੈਕਿੰਡ ਦਾ ਅਲੱਗ। ਦੇਖ ਲਓ ਹੁਣ ਇਹਦਾ ਮੈਂ ਡੈਰੀਵੇਟਿਵ ਫਾਈਂਡ ਕਰਨਾ, ਐਕਸ ਦੀ ਕਿਊਬ 4x ਸਕੇਅਰ 3x ਪਲੱਸ 2। ਦੇਖੋ ਇਹ ਫੰਕਸ਼ਨ ਦੇ ਵਿੱਚ ਕੋਈ ਪਾਵਰ ਨਹੀਂ, ਸਿੰਪਲ ਪਲੱਸ ਆ। ਅਗਰ ਸਾਡਾ ਪਾਵਰ ਹੁੰਦਾ ਪਹਿਲਾਂ ਅਸੀਂ ਪਾਵਰ ਤੋਂ ਸਟਾਰਟ ਕਰਦੇ ਕਿ ਪਾਵਰ ਕੋਫੀਸ਼ੀਐਂਟ ਬਣ ਜਾਂਦਾ, ਬਟ ਹੇਅਰ ਦੇਅਰ ਇਜ਼ ਨੋ ਪਾਵਰ। ਸਿੰਪਲ ਇਹਦਾ ਕੀ ਆਊਗਾ, ਡੈਰੀਵੇਟਿਵ ਇੱਥੇ ਅਲੱਗ-ਅਲੱਗ ਫੰਕਸ਼ਨ ਬਣ ਗਏ, ਅਲੱਗ-ਅਲੱਗ ਘਰ ਬਣ ਗਏ। ਸੈਪਰੇਟੇਸ਼ਨ ਆ, ਬਾਏ ਪਲੱਸ ਨਾਲ ਵੀ ਹੋ ਸਕਦੀ ਹੈ ਸੈਪਰੇਟੇਸ਼ਨ, ਬਾਏ ਨੈਗੇਟਿਵ ਸਾਈਨ ਨਾਲ ਵੀ ਹੋ ਸਕਦੀ ਹੈ। ਤਾਂ ਇਹਦਾ ਡੈਰੀਵੇਟਿਵ ਅਸੀਂ ਅਲੱਗ-ਅਲੱਗ ਕਰ ਲਾਂਗੇ। ਪਹਿਲਾਂ ਐਕਸ ਕਿਊਬ ਦਾ, ਫਿਰ ਡੈਰੀਵੇਟਿਵ ਆਫ 4x ਸਕੇਅਰ ਦਾ, ਪਲੱਸ ਡੈਰੀਵੇਟਿਵ ਆਫ 3x ਪਲੱਸ ਡੈਰੀਵੇਟਿਵ ਆਫ 2। ਐਕਸ ਕਿਊਬ ਦਾ ਡੈਰੀਵੇਟਿਵ ਫਸਟ ਫਾਰਮੂਲਾ ਆ ਗਿਆ 3x ਸਕੇਅਰ, ਇਹਦਾ ਹੋ ਗਿਆ ਡਨ। ਦੈਨ ਸੈਕਿੰਡ 4 ਦਾ ਮੈਂ ਕਰਨਾ ਨਹੀਂ, ਸਾਈਡ 'ਤੇ ਲੈ ਲਿਆ। ਐਕਸ ਸਕੇਅਰ ਦਾ ਡੈਰੀਵੇਟਿਵ ਕੀ ਆ ਗਿਆ 2, ਅੱਗੇ ਆ ਗਿਆ, ਐਕਸ ਦੀ ਪਾਵਰ 1 ਘੱਟ ਗਈ। 3 ਡੈਰੀਵੇਟਿਵ ਨਹੀਂ ਹੋਣਾ, ਸਿਰਫ ਐਕਸ ਦਾ ਡੈਰੀਵੇਟਿਵ ਕਿੰਨਾ ਆ ਗਿਆ 1, ਜਾਂ ਸਕੇਲਰ ਮਲਟੀਪਲ 3x ਦਾ ਡੈਰੀਵੇਟਿਵ 3। ਨੈਕਸਟ ਡੈਰੀਵੇਟਿਵ ਆਫ ਕੌਂਸਟੈਂਟ ਦੈਟ ਇਜ਼ 0। 3x ਸਕੇਅਰ ਪਲੱਸ 8x ਪਲੱਸ 3 ਦੈਟ ਇਜ਼ ਮਾਈ ਆਂਸਰ। ਨੈਕਸਟ evaluate the derivative of fx is equal to 99x at x 100। ਇਹਦਾ ਕੀ ਮਤਲਬ ਹੈ at x 100? Firstly we will do only derivative fx, ਫੰਕਸ਼ਨ ਗਿਵਨ ਫੰਕਸ਼ਨ 99x ਹੈ, f ਡੈਸ਼ x ਮਤਲਬ ਡੈਰੀਵੇਟਿਵ, ਜਿੱਥੇ ਮੈਂ ਡੈਸ਼ ਪਾਤੀ ਇਟ ਮੀਨਸ ਮੈਂ ਇਹਦਾ ਡੈਰੀਵੇਟਿਵ ਕਰ ਰਹੀ ਹਾਂ। ਸਕੇਲਰ ਮਲਟੀਪਲ ਆ 99 ਨਾਲ, ਤਾਂ ਡੈਰੀਵੇਟਿਵ ਕੀ ਹੋਊਗਾ 99। ਨਾਓ ਜਦੋਂ ਤੁਸੀਂ ਡੈਰੀਵੇਟਿਵ ਨਿਕਾਲ ਲਿਆ, ਆਂਸਰ ਦੇ ਵਿੱਚ ਐਕਸ ਨੂੰ ਰਿਪਲੇਸ ਕਰ ਦਿਓ ਜੋ ਵੀ ਸਾਨੂੰ ਦਿੱਤੀ ਹੋਈ ਆ 100, ਐਫ ਡੈਸ਼ 100 ਦੈਟ ਇਜ਼, ਇੱਥੇ ਕੋਈ ਐਕਸ ਨਹੀਂ ਆਈ, ਉਹ 99 ਹੀ ਆਂਸਰ ਰਹੂਗਾ ਮੇਰਾ। ਨੈਕਸਟ ਅਗਰ ਇੱਥੇ 99 ਐਕਸ ਆ ਜਾਂਦਾ, ਫਿਰ ਐਕਸ ਦੀ ਜਗ੍ਹਾ 'ਤੇ ਮੈਂ 100 ਪੁੱਟ ਕਰ ਦੇਣਾ ਸੀ, 99 into 100, ਬਟ ਇੱਥੇ ਸਿਰਫ ਕੌਂਸਟੈਂਟ ਆ, ਤਾਂ 100 ਪੁੱਟ ਕਰਨ ਨਾਲ ਮੇਰੇ ਕੌਂਸਟੈਂਟ ਨੂੰ ਕੋਈ ਫਰਕ ਨਹੀਂ ਪਿਆ। ਨੈਕਸਟ ਦੇਖੋ ਐਟ ਐਕਸ ਇਜ਼ ਇਕੁਅਲ ਟੂ 10। ਫਸਟਲੀ ਵੀ ਵਿਲ ਡੂ ਡੈਰੀਵੇਟਿਵ, ਪਹਿਲਾਂ ਅਸੀਂ ਡੈਰੀਵੇਟਿਵ ਕਰਾਂਗੇ, ਠੀਕ ਹੈ। ਉੱਪਰ ਲਿਖਿਆ ਹੈ ਇਵੈਲੂਏਟ ਦਾ ਡੈਰੀਵੇਟਿਵ, ਇਸ ਲਈ ਅਸੀਂ ਫਸਟਲੀ ਡੈਰੀਵੇਟਿਵ ਕਰਾਂਗੇ। ਐਕਸ ਸਕੇਅਰ ਦਾ ਡੈਰੀਵੇਟਿਵ, ਪਹਿਲਾਂ ਸਾਰੇ ਦਾ ਡੈਰੀਵੇਟਿਵ ਇੱਦਾਂ ਲਿਖ ਲਓ। ਹੁਣ ਜਿਵੇਂ ਮੈਂ ਪਲੱਸ ਵਾਲਾ ਕਰਾਇਆ ਸੀ ਉਵੇਂ ਇੱਥੇ ਹੁਣ ਨੈਗੇਟਿਵ ਆ ਗਿਆ, ਆਪਾਂ ਡੈਰੀਵੇਟਿਵ ਅਲੱਗ-ਅਲੱਗ ਕਰ ਲਾਂਗੇ, ਕੋਈ ਉੱਪਰ ਪਾਵਰ ਨਹੀਂ, ਲੋਕ ਨਹੀਂ ਲੱਗਿਆ ਹੋਇਆ, ਸੈਪਰੇਟੇਸ਼ਨ ਕਰ ਲਾਂਗੇ। ਐਕਸ ਸਕੇਅਰ ਦਾ ਅਲੱਗ ਮਾਈਨਸ ਡੈਰੀਵੇਟਿਵ ਆਫ 2 ਦਾ ਅਲੱਗ। ਐਕਸ ਸਕੇਅਰ ਦਾ ਡੈਰੀਵੇਟਿਵ ਕੀ ਆ ਜਾਊਗਾ 2x, 2 ਦਾ ਡੈਰੀਵੇਟਿਵ ਕੀ ਆ ਜਾਊਗਾ 0, ਯਾਨੀ ਕਿ ਮੇਰੇ ਕੋਲ ਐਫ ਡੈਸ਼ ਐਕਸ ਡੈਰੀਵੇਟਿਵ ਦਾ ਆਂਸਰ 2x ਆ ਗਿਆ, ਬਟ ਮੈਂ ਫਾਈਂਡ ਕਿਤੇ ਕਰਨਾ ਐਟ 10। ਐਕਸ ਦੀ ਜਗ੍ਹਾ 'ਤੇ ਕੀ ਆ ਜਾਊਗਾ 10, 2x ਦੀ ਜਗ੍ਹਾ 'ਤੇ ਕੀ ਆ ਜਾਊਗਾ 10, ਦੈਟ ਇਜ਼ 20 ਆਂਸਰ। ਨੈਕਸਟ ਫਾਈਂਡ ਏ, ਇਹ ਥੋੜ੍ਹਾ ਡਿਫਰੈਂਟ ਆ। ਇਫ ਐਫ ਡੈਸ਼ ਏ ਇਜ਼ ਇਕੁਅਲ ਟੂ 0, ਐਫ ਡੈਸ਼ ਮੀਨਸ ਮੈਨੂੰ ਡੈਰੀਵੇਟਿਵ ਦਾ ਆਂਸਰ 0 ਦਿੱਤਾ ਹੋਇਆ, ਅਗਰ ਫੰਕਸ਼ਨ ਇਹ ਆ, ਠੀਕ ਹੈ। ਸੋਲਿਊਸ਼ਨ ਪਹਿਲਾਂ ਮੈਂ ਫੰਕਸ਼ਨ ਉਤਾਰ ਲੈਂਦੀ ਹਾਂ, ਐਫ ਐਕਸ, ਠੀਕ ਹੈ। ਹੁਣ ਮੈਨੂੰ ਹਿੰਟ ਕੀ ਦਿੱਤਾ ਹੋਇਆ, ਐਫ ਡੈਸ਼ ਫਾਈਂਡ ਕਰਨੀ ਹੈ, ਮੈਂ ਪਹਿਲਾਂ ਦਾ ਡੈਰੀਵੇਟਿਵ ਫਾਈਂਡ ਕਰ ਲੈਂਦੀ ਹਾਂ, ਐਫ ਡੈਸ਼ ਐਕਸ ਦੈਟ ਇਜ਼ ਡੈਰੀਵੇਟਿਵ ਆਫ ਦਿਸ ਫੰਕਸ਼ਨ। ਡੈਰੀਵੇਟਿਵ ਅਸੀਂ ਅਲੱਗ ਕਰ ਲਾਂਗੇ, ਡੈਰੀਵੇਟਿਵ ਆਫ ਐਕਸ ਸਕੇਅਰ, ਡੈਰੀਵੇਟਿਵ ਆਫ 3x ਮਾਈਨਸ ਡੈਰੀਵੇਟਿਵ ਆਫ 1। ਐਕਸ ਦੀ ਕਿਊਬ ਦਾ ਡੈਰੀਵੇਟਿਵ ਕੀ ਆਊਗਾ 3x ਸਕੇਅਰ, ਇਹ ਤਾਂ ਸਾਰਿਆਂ ਨੂੰ ਹੁਣ ਯਾਦ ਹੀ ਹੋ ਗਿਆ। 3 ਐਜ਼ ਇਟ ਇਜ਼ ਐਕਸ ਸਕੇਅਰ ਦਾ 2x
3x स्केलर मल्टीप्लाई ओनली 3 कॉन्स्टेंट का की आ गया 0 फाइनल एफ डैश एक्स इज इक्वल टू 3x स्केयर माइनस 6x प्लस 3 नाउ मैनू सैकेंड हिंट की दिता है एफ डैश ए इज इक्वल टू 0 रिप्लेस एक्स बाय ए एफ डैश ए मैं सारी नू ए दे नाल की करता रिप्लेस करता हुण वो कहता फाइंड ए सारी इक्वेशन ए दी आ गई मैं ए फाइंड करना जे एफ डैश ए इज इक्वल टू की आ 0 ठीक है एफ डैश ए इज इक्वल टू 0 इत्थे 0 आ गया 3a स्केयर माइनस 6a प्लस 3 ठीक है जी हुण ये क्वाड्रेटिक इक्वेशन बन जूगी मल्टीप्लाई करे तो 9 आए प्लस या माइनस करे तो 6 आए ठीक है साढ़े को फैक्टर की बन जाएंगे 3 ते 3 मतलब सॉरी फैक्टर नहीं मिड टर्म की सबमिटिंग करांगे आप ब्रेक करांगे 3 नाल 3a प्लस 3 दोनों मल्टीप्लाई करके कि आना चाहिए प्लस इट मीन दोनों माइनस दे होंगे ठीक है यह चीज़ तुहानूं मिड टर्म रिजॉल्व करके बनाने आते होंगे फैक्टर क्वाड्रेटिक इक्वेशन दे टेक कॉमन 3a रिमेनिंग टर्म इज a माइनस 1 टेक कॉमन 3 माइनस 3 a माइनस माइनस प्लस 0 इज इक्वल टू 3a माइनस 3 a माइनस 1 3a माइनस 3 इज इक्वल टू 0 a माइनस 1 इज इक्वल टू 0 3a इज इक्वल टू 3 a कितना आ जाऊगा 3/3 1 a इज इक्वल टू कितना आ गया 1 a कितनी आ गई 1 ठीक है उन्हें क्या फाइंड ए दैट इज़ असी फाइंड ए कर लिया इस क्वेश्चन दे विच की सी कि थोड़ा जिहा दिमाग लगाओ कि सानू सारा बेसिक थोड़ी जी स्टेटमेंट चेंज करके देती उन्हें क्या फाइंड ए हुण सानू डेरीवेटिव गिवन है फंक्शन गिवन है पहले तो मैं फंक्शन का डेरीवेटिव निकाल लिया एफ डैश दे विच कन्वर्ट किया फिर इन्हें कंपेयर करो एफ डैश एक्स नूं मैं किहदे विच कन्वर्ट किया एक्स नूं रिप्लेस कितना किया ए नाल मतलब मेरी एफ डैश ए आ गई फिर मैं गिवन नूं यूज़ किया कि एफ डैश ए इज इक्वल टू 0 आ फिर मैनू 0 दे कोल रख के ए दी जिहड़ी वो वैल्यू आ वो निकाल ली तुसीं क्वेश्चन देख सकते हो नैक्सट वाई दिता होया फाइंड डी वाई अपॉन डी एक्स अगे आपां नूं एफ ऑफ एक्स दिता होया सी इस बार नाम चेंज करता वाई फाइंड की करना डी वाई अपॉन डी एक्स इट मीनस असी की फाइंड करना डेरीवेटिव ठीक है मैं पहला स्टेटमेंट कर ली हुण डेरीवेटिव बोथ साइड डिफरेंशिएट कर दो इत्थे कॉन्स्टेंट की है 1/8 उहदा डेरीवेटिव तो होना नहीं मैं डेरीवेटिव सिर्फ किहदा फाइंड करना एक्स दी 8 का माइनस 1/6 मैं बाहर निकाल लिया डेरीवेटिव किहदा फाइंड करना एक्स दी पावर 6 का मतलब ये स्केलर मल्टीपल ने 1/6 एक्स दी पावर 4 ना कौन मल्टीप्लाई है 1/4 उन्होंने भी मैं बाहर लिख लिया डेरीवेटिव ऑफ एक्स दी पावर 4 माइनस डेरीवेटिव ऑफ 2 इत्थे की आ जाऊगा 1/8 एक्स की पावर 8 का डेरीवेटिव की आऊगा पावर अगे एक घट 6 माइनस एक्स की पावर 6 अगे आ गई एक्स की पावर 5 1/4 इहदा फॉर्मूला लगाओ पावर अगे दैट इज़ 4 एक पावर घट कॉन्स्टेंट का डेरीवेटिव की आ गया 0 8 8 ये कितना आ गया 7 6 ते 6 कट्टिया गया ये कितना आ गया 5 4 ते 4 कट्टिया गया ये कितना आ गया 3 दैट इज़ द आंसर नैक्सट सम देखो आप इहदा डेरीवेटिव फाइंड करना मैं दोनों साइड डी अपॉन डी एक्स ना डी अपॉन डी एक्स डेरीवेटिव दी सिंबल है ए एक्स प्लस बी अपॉन सी हुण इत्थे स्केलर मल्टीपल मतलब 1/c है उन्होंने मैं बाहर कढ़ लिया 1/c डेरीवेटिव मैं सिर्फ किहदा करना ए एक्स प्लस बी का फिर 1/c डेरीवेटिव ऑफ ए एक्स प्लस डेरीवेटिव ऑफ बी हुण ए एक्स ते बी दोनों के नाम मल्टीपल कौन आ स्केलर 1/c इस करके इत्थे ब्रैकेट पानी जरूरी है ताकि सानू याद रहे कि दोनों के जोड़े आउटपुट आंसर आएंगे दैट आर द मल्टीपल ऑफ 1/c 1/c ए एक्स दैट इज स्केलर मल्टीपल ऑफ ए एक्स का डेरीवेटिव की आऊगा ए
ਇੱਥੇ b ਕੀ ਆ ਕੌਨਸਟੈਂਟ, b ਦਾ ਡੈਰੀਵੇਟਿਵ ਕੀ ਆਊਗਾ 0। ਮੇਰਾ ਆਨਸਰ ਕੀ ਆ ਗਿਆ a/c, that is the answer। ਨੈਕਸਟ, ਦਿਸ ਸਮ ਇਜ਼ ਡਿਫਰੈਂਟ। ਇਹ ਦੋ ਤਰੀਕਿਆਂ ਨਾਲ ਹੋ ਸਕਦਾ। ਪਹਿਲਾਂ ਤਾਂ ਤੁਸੀਂ ਦੂਜਾ ਫਾਰਮੂਲਾ ਯੂਜ਼ ਕਰੋ, ax ਦੀ ਪਾਵਰ b ਦੀ ਪਾਵਰ n। ਇਹ ਕੀ ਕਹਿੰਦੀ ਸੀ, n ਅੱਗੇ ਆ ਜਾਊਗਾ, ax ਪਲਸ b ਦੀ ਪਾਵਰ n-1 ਡੈਰੀਵੇਟਿਵ ਆਫ ਓਨਲੀ ਫੰਕਸ਼ਨ। ਦੇਖੋ ਇਹ ਇਕੱਲਾ x ਨਹੀਂ ਹੈਗਾ, ਮੈਂ ਇਕੱਲਾ ਡੈਰੀਵੇਟਿਵ ਵੀ ਨਹੀਂ ਕਰ ਸਕਦੀ ਜਿਵੇਂ ਆਪਾਂ ਹੁਣ ਕਰਦੇ ਸੀ, ਪਹਿਲਾਂ ਡੈਰੀਵੇਟਿਵ ਇਹਦਾ ਫਿਰ ਡੈਰੀਵੇਟਿਵ ਇਹਦਾ, ਕਿਉਂਕਿ ਉੱਪਰ ਲੌਗ ਪਾਵਰ ਦਾ ਲੱਗਿਆ ਹੋਇਆ। ਦੈਨ ਸੋਲਿਊਸ਼ਨ, ਡੈਰੀਵੇਟਿਵ ਮੈਂ ਸਟਾਰਟ ਕਰਤਾ dy/dx। ਲੌਗ ਖੋਲ੍ਹਣ ਲਈ ਪਹਿਲਾਂ ਪਾਵਰ ਅੱਗੇ ਆ ਜੂਗੀ 2, ਫਿਰ ਫੰਕਸ਼ਨ ਦੀ ਪਾਵਰ, ਫੰਕਸ਼ਨ ਕੌਣ ਆ x-1/x, ਆ ਹੋਲ ਫੰਕਸ਼ਨ ਦੀ ਪਾਵਰ 1 ਘੱਟ ਜੂਗੀ, 2 - 1 1 ਰਹਿ ਗਿਆ। ਫਿਰ ਅਸੀਂ ਕੀ ਕੀਤਾ ਸੀ, ਫੰਕਸ਼ਨ ਦੀ ਪਾਵਰ 1 ਘੱਟ ਇਨਟੂ ਡੈਰੀਵੇਟਿਵ ਆਫ ਓਨਲੀ ਫੰਕਸ਼ਨ 2x-1। ਇਹ ਤਾਂ ਐਜ਼ ਇਟ ਇਜ਼ ਆ ਗਿਆ। ਹੁਣ ਡੈਰੀਵੇਟਿਵ ਮੈਂ ਇਹਦਾ ਕਰਨਾ, ਠੀਕ ਹੈ। ਪਹਿਲਾਂ ਹੁਣ ਅਸੀਂ ਕੀ ਕਰਾਂਗੇ, ਡੈਰੀਵੇਟਿਵ ਆਫ x, ਫਿਰ ਮਾਈਨਸ ਡੈਰੀਵੇਟਿਵ ਆਫ 1/x। ਦਿਸ ਵਨ ਇਜ਼ ਐਜ਼ ਇਟ ਇਜ਼। ਹੁਣ ਡੈਰੀਵੇਟਿਵ ਆਫ x ਕੀ ਹੁੰਦਾ 1, ਆਪਾਂ ਫਾਰਮੂਲਾ ਕੀਤਾ ਹੋਇਆ ਬਈ। ਇੱਥੇ ਆ ਕੇ ਅਸੀਂ ਥੋੜ੍ਹਾ ਜਿਹਾ ਸੋਚਣ 'ਚ ਪੈ ਗਏ ਕਿ ਅਸੀਂ ਬਟੇ ਵਾਲਾ ਡੈਰੀਵੇਟਿਵ ਤਾਂ ਮੈਮ ਨੇ ਕੋਈ ਵੀ ਨਹੀਂ ਕਰਵਾਇਆ। ਕੀ ਅਸੀਂ ਇਹਨੂੰ ਇੱਦਾਂ ਲਿਖ ਸਕਦੇ ਹਾਂ, x ਦੀ ਪਾਵਰ -1। ਇਹ ਮੇਰਾ ਪਹਿਲਾ ਫਾਰਮੂਲਾ ਬਣ ਗਿਆ, x ਦੀ ਪਾਵਰ n, n ਅੱਗੇ ਆ ਜੂ, ਫਿਰ x ਦੀ ਪਾਵਰ 1 ਘੱਟ ਜੂਗੀ। ਇਹ ਕੀ ਆ ਗਿਆ 2x - 1/x, 1 ਇਹਦਾ ਡੈਰੀਵੇਟਿਵ ਕੀ ਆਊਗਾ, ਪਾਵਰ ਅੱਗੇ ਮਤਲਬ -1 ਅੱਗੇ, x ਦੀ ਪਾਵਰ 1 ਘੱਟ। ਫਸਟ ਫਾਰਮੂਲਾ ਲੱਗ ਗਿਆ 2x/1/x, 1 ਇੱਥੇ ਮਾਈਨਸ ਪਲੱਸ ਹੋ ਗਿਆ 1, x ਦੀ ਪਾਵਰ -2। ਠੀਕ ਹੈ ਜੀ, ਮੇਰਾ ਆਨਸਰ ਕੀ ਆ ਜਾਊਗਾ, ਇੱਥੇ ਆਪਾਂ ਇਹਨੂੰ ਇੱਦਾਂ ਵੀ ਲਿਖ ਸਕਦੇ ਹਾਂ, ਦੈਟ ਇਜ਼ ਦਾ ਆਨਸਰ। ਔਰ ਜੇ ਕਿਸੇ ਨੂੰ ਲੱਗਦਾ ਕਿ ਮੈਂ ਇਹਦੀ ਸਿੰਪਲੀਫਿਕੇਸ਼ਨ ਕਰਨੀ ਹੈ, 2 ਬ੍ਰੈਕਟਸ ਦੀ ਮਲਟੀਪਲਾਈ